सतनाम श्री वाहिगुरु साहिब जी। तनासरी महला पहला शंत। एक ओंकार सतगुर प्रसाद। तीर्थ नावण जाओ तीर्थ नाम है। तीर्थ शब्द विचार अंतर ज्ञान है। तीर्थ नावण जाओ तीर्थ नाम है। तीर्थ शब्द विचार अंतर ज्ञान है। गुर ज्ञान साचा थान तीर्थ। दस पुरब सदा दसाहरा। हाँ नाम हर का सदा जाचो। देहो प्रभ धरणी तरा। संसार रोगी नाम दारू। मैल लागै सच बिना। गुर वाक निर्मल सदा चानना। नित साच तीर्थ मज्जना। साच न लागै मैल क्या मल धोइया। गुण है हार परोए किस को रोइया। विचार मार तर तार उल्ट जोन ना आवे। आप पारस परम ध्यानी। साच साचे भावे। आनंद अन दिन हरख साचा। दुख किल विख पर हरे। सच नाम पाया गुर दिखाया। मैल नाही सच मने। संगत मीत मिलाप पूरा नावणो। गावै गावण हार शब्द सुहावणो। सालाहे साचे मन सतगुर। पुण्य दान दया मते। फिर संग पावै सहज नावै। बेणी ता संगम सत सते। आराधे कंकार साचा। नित दे चढ़ै सवाया। गत संग मीता संत संगत। कर नदर मेल मिलाया। कहन कह सब कोय केवड आखिया। हम मूर्ख नीच अजान समझा साखिया। सच गुर की साखी अमृत भाखी। तित मन मान्या मेरा। कूच करह आवै बिख लादे। शब्द सच्चै गुर मेरा। आखण तोट ना भगत पंडारी। भरपुर रहया सोई। नानक साच कह बेनंती। मन मांझै सच सोई।
ਆਖਣ ਤੋਟ ਨਾ ਭਗਤ ਪੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸੱਚ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਤੰਤਾ ਦੇ ਪਾਤਰ ਹੋ ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਤੰਤਾ ਦੇ ਪਾਤਰ ਹੋ, ਅੰਮ੍ਰਿਤ ਵੇਲੇ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਔਰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਆਪਣੇ ਸਵੈ ਅੰਤਸ਼ਕਰਨ ਦੀ ਸ਼ੁੱਧੀ ਕਰ ਰਹੇ, ਕਿਉਂਕਿ ਸਤ ਸੰਗਤ ਕੀਤੇ ਅੰਤਸ਼ਕਰਨ ਦੀ ਸ਼ੁੱਧੀ ਹੁੰਦੀ ਹੈ। ਸਾਧ ਸੰਗਤ ਕੀਤੇ ਬਿਨਾ ਅੰਤःਕਰਣ ਲਤਾ ਪ੍ਰਤੀ ਹੋਰ ਮਲੀਨ ਹੁੰਦਾ ਚਲਿਆ ਜਾਂਦਾ ਹੈ। ਜਿਵੇਂ ਜਿਵੇਂ ਸਤ ਸੰਗ ਵਿੱਚ ਅਸੀਂ ਹਾਜ਼ਰੀ ਭਰਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਤਿਵੇਂ ਤਿਵੇਂ ਸਾਡੇ ਅੰਤःਕਰਣ ਦੀ ਮੈਲ ਨਿਰਵਿਰਤ ਹੁੰਦੀ ਹੈ ਔਰ ਅੰਤःਕਰਣ ਦੀ ਸ਼ੁੱਧੀ ਹੁੰਦੀ ਹੈ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਆਦਿ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ ਸ਼ੰਤ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਤਨਾਸਰੀ ਹੈ। ਪਹਿਲੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖਵਾਕ ਸ਼ਬਦ। ਸੰਤ ਹਨ ਮੰਗਲਾਚਰਨ ਕੀਤਾ ਵਾਹਿਗੁਰੂ ਇੱਕ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਇਸ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਮਹਾਰਾਜ ਜੀ ਫਰਮਾਉਂਦੇ ਕਿ ਮੈਂ ਤਾਂ ਤੀਰਥ ਤੇ ਨਹਾਣ ਤਾਂ ਜਾਵਾਂ ਜੇ ਮੇਰੇ ਕੋਲ ਆਪ ਹਿਰਦੇ ਵਿੱਚ ਤੀਰਥ ਨਾ ਹੋਵੇ। ਕਬੀਰ ਜੀ ਨੂੰ ਕਿਸੇ ਕਿਹਾ, ਕਬੀਰ ਜੀ ਚਲੋ ਗੰਗਾ ਇਸ਼ਨਾਨ ਚੱਲੀਏ, ਤਾਂ ਕਬੀਰ ਜੀ ਮਹਾਰਾਜ ਜੀ ਕਹਿੰਦੇ ਮੈਂ ਤਾਂ ਗੰਗਾ ਤੇ ਤਾਂ ਜਾਵਾਂ ਜੇ ਮੇਰਾ ਅੰਤਸ਼ਕਰਨ ਮਲੀਨ ਹੋਵੇ। ਮੇਰਾ ਤਾਂ ਆਪਣਾ ਮਨ ਹੀ ਗੰਗਾ ਦੇ ਪਾਣੀ ਵਾਂਗੂ ਉਜਵਲ ਹੋ ਗਿਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਤਾਂ ਤੀਰਥ ਨਹਾਣ ਜਾਈਏ ਜੇ ਸਾਡੇ ਕੋਲ ਆਪ ਤੀਰਥ ਨਾ ਹੋਵੇ। ਸਾਡੇ ਕੋਲ ਤਾਂ ਪਹਿਲਾਂ ਹੀ ਸਾਡੇ ਸਤਿਗੁਰਾਂ ਦਾ ਦਿੱਤਾ ਹੋਇਆ ਨਾਮ ਰੂਪੀ ਤੀਰਥ ਹੈ। ਤੀਰਥ ਨਾਮ ਹੈ।
ਸਾਡੇ ਕੋਲ ਸਾਹਿਬ ਦਾ ਜੋ ਅੰਮ੍ਰਿਤ ਨਾਮ ਹੈ, ਇਹ ਅੰਮ੍ਰਿਤ ਨਾਮ ਹੀ ਸਾਡੇ ਵਾਸਤੇ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਤੀਰਥ ਹੈ। ਨਾਮ ਰੂਪੀ ਤੀਰਥ ਦੇ ਤੁਲ ਦੁਨੀਆ ਵਿੱਚ ਕੋਈ ਤੀਰਥ ਨਹੀਂ ਹੈ। ਤਦੇ ਗੁਰਦੇਵ ਨੇ ਬਚਨ ਕਹੇ ਨੇ ਕਿ ਨਿਰੰਕਾਰ ਪਰਮੇਸ਼ਰ ਦਾ ਨਾਮ ਹੀ ਸਾਡੇ ਵਾਸਤੇ ਤੀਰਥ ਹੈ। ਤੀਰਥ ਦਾ ਆਖਰੀ ਅਰਥ ਕੀ ਹੁੰਦਾ? ਤੀਰਥ ਦਾ ਮਤਲਬ ਹੁੰਦਾ ਕਿਸੇ ਜਲ ਦੇ ਸੋਮੇ ਦੇ ਕਿਨਾਰੇ ਤੇ ਕੋਈ ਪਵਿੱਤਰ ਥਾਂ, ਉਹਨੂੰ ਤੀਰਥ ਕਹਿੰਦੇ। ਤੀਰ ਨਾਮ ਕਿਨਾਰੇ ਦਾ ਹੈ। ਕਿਸੇ ਨਦੀ ਦੇ ਕਿਨਾਰੇ, ਕਿਸੇ ਦਰਿਆ, ਕਿਸੇ ਤਾਲ ਸਰੋਵਰ ਦੇ ਕਿਨਾਰੇ ਦੀ ਪਵਿੱਤਰ ਥਾਂ ਨੂੰ ਤੀਰਥ ਕਹਿੰਦੇ। ਪਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਜੈਸੀ ਪਵਿੱਤਰ ਸ਼ੈ ਹੋਰ ਕਿਹੜੀ ਹੋ ਸਕਦੀ? ਜਿਸ ਥਾਂ ਤੇ ਨਾਮ ਜਪਣ ਵਾਲੇ ਸਾਧਕ ਬੈਠਦੇ ਨੇ, ਅਸਲੀਅਤ ਇਹ ਹੈ ਕਿ ਜਿਸ ਥਾਂ ਤੇ ਬਹਿ ਕੇ ਉਹ ਭਜਨ ਕਰਦੇ ਨੇ, ਨਾਮ ਜਪਦੇ ਨੇ, ਉਹ ਥਾਂ, ਉਹ ਜਗ੍ਹਾ ਵੀ ਤੀਰਥ ਬਣ ਜਾਂਦੀ ਹੈ, ਉਹ ਪਵਿੱਤਰ ਹੋ ਜਾਂਦੀ ਹੈ। ਸਾਡੇ ਸਰੀਰ 'ਚ ਇੱਕ ਔਰਾ ਨਿਕਲਦਾ ਹੈ। ਸਾਧਕ ਸਾਧਨਾ ਕਰਨ ਵਾਲੇ, ਨਾਮ ਜਪਣ ਵਾਲੇ ਗੁਰਮੁਖਾਂ ਦੇ ਆਲੇ ਦੁਆਲੇ ਦਾ ਜਿਤਨਾ ਵੀ ਇਲਾਕਾ ਹੈ ਜਿੱਥੇ ਉਹ ਰਹਿੰਦੇ ਨੇ, ਉਹਨਾਂ ਦੇ ਸਰੀਰ ਦੇ ਉਸ ਔਰੇ ਦੇ ਨਾਲ ਉਹ ਥਾਂ ਪਵਿੱਤਰ ਹੋ ਜਾਂਦੀ ਹੈ, ਸ਼ੁਭ ਹੋ ਜਾਂਦੀ ਹੈ। ਸਾਧਨਾ ਕਰਨ ਵਾਲਾ ਸਾਧਕ ਇਸ ਗੱਲ ਨੂੰ ਹਿਰਦੇ 'ਚ ਮਹਿਸੂਸ ਕਰ ਸਕਦਾ ਹੈ। ਤਾਰਕਿਕ ਬਿਰਤੀ ਵਾਲਾ ਇਸ ਗੱਲ ਨੂੰ ਨਹੀਂ ਸਮਝ ਸਕਦਾ। ਇੱਕ ਵਿਦਵਾਨ ਪੁਰਸ਼ ਕਿਸੇ ਦੇਵਨੇਤ ਸਾਧਕ ਸੀ, ਜੇਲ੍ਹ 'ਚ ਚਲਾ ਗਿਆ। ਉਹਨੂੰ ਇੱਕ ਫਾਂਸੀ ਕੋਠੀ ਦੇ ਵਿੱਚ ਰੱਖਿਆ ਗਿਆ। ਰਾਤ ਦਾ ਸਮਾਂ ਜਦੋਂ ਸੁੱਤਾ ਤੇ ਸੁੱਤੇ ਪਏ ਨੇ ਸੁਪਨਾ ਵੇਖਿਆ ਕਿ ਸੁਪਨੇ ਵਿੱਚ ਆਪਣੇ ਹੱਥ 'ਚ ਛੁਰਾ ਪਕੜ ਕੇ ਆਪਣੀ ਮਾਂ ਦਾ ਕਤਲ ਕਰ ਰਿਹਾ ਹੈ। ਇੱਕਦਮ ਘਬਰਾ ਕੇ ਉੱਠਿਆ। ਇਹ ਸੁਪਨਾ ਕਿਸ ਤਰ੍ਹਾਂ ਦਾ ਹੈ? ਸਾਰੀ ਰਾਤ ਸੋਚਦਾ ਰਿਹਾ, ਐਸਾ ਸੁਪਨਾ ਆਉਣ ਦਾ ਕਾਰਨ ਕੀ ਹੈ? ਕਿਉਂਕਿ ਸੁਪਨਾ ਸੰਸਕਾਰ ਤੋਂ ਬਣਦਾ ਹੈ, ਸੰਸਕਾਰ ਕਰਮ ਤੋਂ ਬਣਦਾ ਹੈ। ਮੈਂ ਤਾਂ ਕਦੇ ਆਪਣੇ ਹਿਰਦੇ 'ਚ ਆਪਣੀ ਮਾਤਾ ਪ੍ਰਤੀ ਇਹੋ ਜਿਹੀ ਨਫ਼ਰਤ ਰੱਖੀ ਨਹੀਂ। ਜਦੋਂ ਕਰਮ ਹੀ ਐਸਾ ਨਹੀਂ ਕੀਤਾ, ਉਹਦਾ ਸੰਸਕਾਰ ਹੀ ਨਹੀਂ ਬਣ ਸਕਦਾ, ਤੇ ਫਿਰ ਇਹ ਸੁਪਨਾ ਕਿਵੇਂ? ਸੁਪਨੇ ਦਾ ਜਗਤ ਇੱਕ ਇਹੋ ਜਿਹਾ ਸੂਖਮ ਜਗਤ ਹੈ ਜਿਸ ਵਿੱਚ ਸਾਡੇ ਹੀ ਮਨ ਦੀਆਂ ਦਬੀਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਵਾਸ਼ਨਾਵਾਂ, ਜੋ ਸਾਡੇ ਮਨ ਨੇ ਕਿਸੇ ਨਾ ਕਿਸੇ ਸਮੇਂ ਉਤਪੰਨ ਕੀਤੀਆਂ ਹੁੰਦੀਆਂ ਨੇ, ਉਸੇ ਦੀ ਰਚਨਾ ਹੁੰਦੀ। ਸੂਖਮ ਮੰਡਲ ਦੇ ਵਿੱਚ ਸੁਪਨੇ ਦੀ ਉਸ ਅਵਸਥਾ ਵਿੱਚ ਸਾਡਾ ਮਨ ਜਗਤ ਦੀ ਉਤਪਤੀ ਕਰਦਾ, ਸੰਸਾਰ ਦੀ ਉਤਪਤੀ ਕਰਦਾ। ਬੜੀ ਹੈਰਾਨੀ ਦੇ ਨਾਲ ਸਾਰੀ ਰਾਤ ਸੋਚਦਾ ਰਿਹਾ। ਅਗਲੇ ਦਿਨ ਜੇਲਰ ਆਇਆ। ਉਹਨੇ ਉਸ ਨੂੰ ਪੁੱਛਿਆ, ਜੇਲਰ ਸਾਹਿਬ, ਇਸ ਫਾਂਸੀ ਕੋਠੀ ਵਿੱਚ ਮੇਰੇ ਤੋਂ ਪਹਿਲਾਂ ਜਿਹੜਾ ਮੁਜਰਮ ਸੀ, ਉਹਦਾ ਕੀ ਜੁਰਮ ਸੀ? ਜੇਲਰ ਨੇ ਦੱਸਿਆ, ਤੇਰੇ ਤੋਂ ਪਹਿਲਾਂ ਇਸ ਫਾਂਸੀ ਕੋਠੀ ਵਿੱਚ ਇੱਕ ਇਹੋ ਜਿਹਾ ਮੁਜਰਮ ਸੀ, ਇਹੋ ਜਿਹਾ ਜ਼ਾਲਮ ਬਿਰਤੀ ਵਾਲਾ ਜਰਵਾਣਾ ਸੀ, ਚੰਡਾਲ ਕਹਿ ਸਕਦੇ ਹਾਂ ਉਸ ਨੂੰ, ਕਿ ਉਹਨੇ ਖੁਦ ਆਪਣੇ ਹੱਥ ਦੇ ਛੁਰਾ ਪਕੜ ਕੇ ਆਪਣੀ ਮਾਂ ਦਾ ਕਤਲ ਕੀਤਾ ਸੀ, ਤੇ ਉਹਦਾ ਜੁਰਮ ਸੀ। ਹਾਲਾਂਕਿ ਉਸ ਨੂੰ ਫਾਂਸੀ ਦੇ ਦਿੱਤੀ ਗਈ ਹੈ, ਪਰ ਉਹਦੇ ਸਰੀਰ ਦੇ ਵਿੱਚੋਂ ਨਿਕਲਿਆ ਹੋਇਆ ਜਿਹੜਾ ਔਰਾ ਹੈ, ਉਹ ਹਾਲੇ ਵੀ ਇਸ ਫਾਂਸੀ ਕੋਠੀ ਦੇ ਵਿੱਚ ਹੈ, ਜੋ ਮੇਰੇ ਸਰੀਰ ਨਾਲ ਸਪਰਸ਼ ਕੀਤਾ ਤੇ ਮੈਨੂੰ ਵੀ ਸੁਪਨਾ ਤਾਂ ਐਸਾ ਹੀ ਆਇਆ। ਆਖਿਆ, ਜੇ ਤੁਸੀਂ
ਮੇਰੇ ਤੇ ਤਰਸ ਕਰੋ, ਇਹ ਫਾਂਸੀ ਕੋਠੀ ਮੈਨੂੰ ਬਦਲ ਕੇ ਕਿਸੇ ਹੋਰ ਪਾਸੇ ਭੇਜ ਦਿਓ। ਇਹ ਉਦਾਹਰਣ ਦੇਣ ਦਾ ਤਾਤਪਰਜ ਹੈ, ਜਿਸ ਤਰ੍ਹਾਂ ਦੀ ਕਿਸੇ ਦੀ ਅੰਦਰ ਦੀ ਪ੍ਰਵਿਰਤੀ ਹੁੰਦੀ ਆ, ਉਹਦੇ ਆਲੇ ਦੁਆਲੇ ਦਾ ਵਾਤਾਵਰਣ ਉਸੇ ਤਰ੍ਹਾਂ ਦਾ ਹੋ ਜਾਂਦਾ। ਨਾਮ ਜਪਣ ਵਾਲਾ ਸਾਧਕ ਜਿਵੇਂ ਜਿਵੇਂ ਸਾਧਨਾ ਕਰਦਾ ਹੈ, ਉਹਦੇ ਸਰੀਰ ਵਿੱਚੋਂ ਇਹੋ ਜਿਹਾ ਔਰਾ ਨਿਕਲਦਾ ਜਿਹਨੂੰ ਆਪਾਂ ਤਰੰਗਾਂ ਕਹਿ ਸਕਦੇ ਹਾਂ। ਆਲੇ ਦੁਆਲੇ ਉਹ ਥਾਂ ਪਵਿੱਤਰ ਹੋ ਜਾਂਦੀ ਹੈ, ਤੇ ਜਦੋਂ ਥਾਂ ਪਵਿੱਤਰ ਹੋ ਜਾਂਦੀ ਫਿਰ ਉਸ ਨੂੰ ਵੀ ਤੀਰਥ ਹੀ ਕਹਿੰਦੇ ਨੇ। ਮੇਰੇ ਲਈ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਤੀਰਥ ਹੈ। ਹਾਂਜੀ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਤਿਗੁਰਾਂ ਦੇ ਸ਼ਬਦ ਦੀ ਜਿਹੜੀ ਵਿਚਾਰ ਹੈ, ਇਹ ਵੀ ਮੇਰੇ ਲਈ ਤੀਰਥ ਹੈ। ਜੋ ਆਪਾਂ ਇਹ ਗੁਰਬਾਣੀ ਨੂੰ ਵਿਚਾਰਦੇ ਹਾਂ, ਗੁਰ ਸ਼ਬਦ ਦੀ ਵਿਚਾਰ ਕਰਦੇ ਹਾਂ, ਇਹ ਵੀ ਬੜਾ ਵੱਡਾ ਤੀਰਥ ਹੈ, ਪਵਿੱਤਰਤਾ। ਪਤਾ ਲੱਗਦਾ ਪਵਿੱਤਰਤਾ ਕੀ ਹੈ ਔਰ ਅਪਵਿੱਤਰਤਾ ਕੀ ਹੈ। ਸ਼ਬਦ ਦੀ ਵਿਚਾਰ ਚੋਂ ਪਤਾ ਲੱਗਦਾ ਅਪਵਿੱਤਰ ਕੀ ਹੈ ਔਰ ਪਵਿੱਤਰ ਕੀ ਹੈ। ਕਿਸੇ ਆਖਿਆ ਫਲਾਣੇ ਦੇ ਘਰ ਬਾਲਕ ਦਾ ਜਨਮ ਹੋਇਆ, ਬੱਚੇ ਦਾ ਜਨਮ ਹੋਇਆ, ਉਸ ਘਰ ਵਿੱਚ ਸੂਤਕ ਹੈ। ਫਲਾਣੇ ਦੇ ਘਰੇ ਮ੍ਰਿਤੂ ਹੋਈ ਆ, ਉਸ ਦੇ ਘਰ ਵਿੱਚ ਪਾਤਕ ਹੈ। ਸੂਤਕ ਪਾਤਕ ਕਹਿ ਦਿੰਦੇ। ਪਰ ਮੇਰੇ ਸਾਹਿਬ ਨੇ ਜਨਮ ਤੇ ਮਰਨ ਦੀ ਇਸ ਪ੍ਰਵਿਰਤੀ ਨੂੰ ਸੂਤਕ ਤੇ ਪਾਤਕ ਨਹੀਂ ਮੰਨਿਆ। ਤੇ ਕੁਦਰਤ ਦੀ ਇੱਕ ਸਹਿਜੇ ਪ੍ਰਕਿਰਿਆ ਹੈ, ਜਿੱਥੇ ਜਨਮ ਹੁੰਦਾ ਉੱਥੇ ਮਰਨਾ ਵੀ ਹੁੰਦਾ, ਜਿੱਥੇ ਮਰਨਾ ਹੁੰਦਾ ਉੱਥੇ ਜਨਮ ਵੀ ਹੁੰਦਾ। ਜੋ ਰੱਬ ਦੀ ਰਜ਼ਾ ਵਿੱਚ ਹੁਕਮ ਦੇ ਵਿੱਚ ਵਰਤ ਰਿਹਾ ਹੈ, ਉਹ ਸੂਤਕ ਨਹੀਂ ਹੈ। ਪੁੱਛਿਆ, ਹੇ ਗੁਰੂ ਬਾਬਾ ਜੀ, ਤੁਸੀਂ ਕਿਰਪਾ ਕਰਕੇ ਦੱਸੋ ਕਿ ਅਸਲ ਵਿੱਚ ਅਪਵਿੱਤਰਤਾ ਜਾਂ ਸੂਤਕ ਇਹ ਹੈ ਕੀ? ਤਾਂ ਗੁਰਦੇਵ ਨੇ ਫਰਮਾਨ ਕੀਤਾ, ਆਪਾਂ ਆਸਾ ਜੀ ਦੀ ਵਾਰ ਵਿੱਚ ਕੀਰਤਨ ਰੂਪ ਵਿੱਚ ਰੋਜ਼ ਸੁਣਦੇ ਹਾਂ, ਅੱਖੀਂ ਸੂਤਕ ਵੇਖਣਾ ਪਰ ਤ੍ਰੈ ਪਰ ਧਨ ਰੂਪ। ਅੱਖਾਂ ਦਾ ਸੂਤਕ ਹੈ, ਅਪਵਿੱਤਰਤਾ ਹੈ, ਜਦੋਂ ਇਹਨਾਂ ਨੇਤਰਾਂ ਨਾਲ ਮੰਦ ਭਾਵਨਾ ਰੱਖ ਕੇ ਪਰ ਇਸਤਰੀ ਜਾਂ ਪਰਾਏ ਧਨ ਵੱਲ ਤੱਕਦੇ। ਕੰਨਾਂ ਦੀ ਅਪਵਿੱਤਰਤਾ ਹੈ, ਜਦੋਂ ਇਹਨਾਂ ਕੰਨਾਂ ਨਾਲ ਕਿਸੇ ਦੀ ਚੁਗਲੀ, ਕਿਸੇ ਦੀ ਨਿੰਦਾ ਸੁਣਦੇ। ਜ਼ੁਬਾਨ ਦੀ ਅਪਵਿੱਤਰਤਾ ਤੇ ਸੂਤਕ ਹੈ, ਮੂੰਹ ਨਾਲ ਜ਼ੁਬਾਨ ਨਾਲ ਝੂਠ ਬੋਲਣਾ। ਹੱਥਾਂ ਦਾ ਸੂਤਕ ਹੈ, ਇਹਨਾਂ ਹੱਥਾਂ ਨਾਲ ਕਿਸੇ ਦਾ ਬੁਰਾ ਕਰਨਾ। ਪੈਰਾਂ ਦਾ ਸੂਤਕ ਅਪਵਿੱਤਰਤਾ ਹੈ, ਇਹਨਾਂ ਪੈਰਾਂ ਨਾਲ ਮੰਦੀਆਂ ਤੇ ਭੈੜੀਆਂ ਥਾਵਾਂ ਤੇ ਚੱਲ ਕੇ ਜਾਣਾ। ਅਪਵਿੱਤਰ ਤੇ ਪਵਿੱਤਰ ਦੀ ਸੋਝੀ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਚੋਂ ਹੁੰਦੀ ਹੈ। ਇਸ ਕਰਕੇ ਗੁਰੂ ਕਾ ਸ਼ਬਦ ਵੀ, ਜੋ ਸ਼ਬਦ ਦੀ ਵਿਚਾਰ ਹੈ, ਇਹ ਵੀ ਤੀਰਥ ਹੈ। ਇਹ ਐਸਾ ਮਹਾਨ ਤੀਰਥ ਹੈ ਕਿ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਰੂਪੀ ਤੀਰਥ ਵਿੱਚ ਇਸ਼ਨਾਨ ਕਰਦਿਆਂ ਅੰਤਰ ਗਿਆਨ ਹੈ, ਹਿਰਦੇ 'ਚ ਗਿਆਨ ਉਤਪੰਨ ਹੋ ਜਾਂਦਾ। ਸਾਡੇ ਅੰਤਰ ਗਿਆਨ ਦੀ ਉਤਪਤੀ ਹੋ ਜਾਂਦੀ ਹੈ। ਇਸ ਕਰਕੇ ਇਹ ਮਹਾਨ ਤੀਰਥ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ। ਗੁਰੂ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਗਿਆਨ ਇਹ ਮਹਾਨ ਤੀਰਥ ਹੈ। ਗੁਰੂ ਸਾਹਿਬ ਦਾ ਜਿਹੜਾ ਇਹ ਦਿੱਤਾ ਹੋਇਆ ਗਿਆਨ ਹੈ, ਇਹ ਮਹਾਨ ਤੀਰਥ ਹੈ। ਇਸ ਤੀਰਥ ਜਿਹਾ ਦੁਨੀਆ 'ਚ ਕੋਈ ਤੀਰਥ ਨਹੀਂ। ਗੁਰ ਗਿਆਨ ਸਾਚਾ ਥਾਨ ਤੀਰਥ,
ਜਿਸ ਥਾਂ ਤੇ ਜਿਸ ਜਗ੍ਹਾ ਤੇ ਆਪਾਂ ਸਾਰੇ ਜੁੜ ਬੈਠੇ ਆ, ਇਹ ਸੱਚਾ ਥਾਂ ਹੈ ਸਾਧ ਸੰਗਤ। ਸਾਧ ਸੰਗਤ ਰੂਪੀ ਇਸ ਪਵਿੱਤਰ ਤੀਰਥ ਦੇ ਉੱਤੇ ਗੁਰੂ ਕੇ ਗਿਆਨ ਦੀ ਚਰਚਾ ਹੁੰਦੀ ਹੈ। ਅਸਲ ਵਿੱਚ ਸਾਧ ਸੰਗਤ ਕਿਹਾ ਹੀ ਉਸ ਨੂੰ ਜਾਂਦਾ ਜਿੱਥੇ ਗੁਰ ਗਿਆਨ ਦੀ ਚਰਚਾ ਹੋਵੇ, ਜਿੱਥੇ ਮੈਂ ਆਪਣਾ ਗਿਆਨ ਕਰੋੜੀ ਜਾਵਾਂ, ਜਿੱਥੇ ਮੈਂ ਆਪਣੀਆਂ ਬਾਤਾਂ ਆਪ ਜੀ ਨੂੰ ਸੁਣਾਈ ਜਾਵਾਂ, ਉਹ ਸਾਧ ਸੰਗਤ ਨਹੀਂ। ਸਾਧ ਸੰਗਤ ਜਿੱਥੇ ਕੇਵਲ ਗੁਰ ਗਿਆਨ ਦੀ ਚਰਚਾ, ਗੁਰਦੇਵ ਦੇ ਦਿੱਤੇ ਹੋਏ ਗਿਆਨ ਦੀ ਚਰਚਾ, ਗੁਰਬਾਣੀ ਦੀ ਚਰਚਾ। ਇਸ ਕਰਕੇ ਇਹ ਵੀ ਸੱਚਾ ਤੀਰਥ ਹੈ। ਇਸ ਤਰ੍ਹਾਂ ਕਹਿ ਸਕਦੇ ਆ, ਇਹ 10 ਪੁਰਬਾਂ ਦਾ ਇਸ਼ਨਾਨ ਹੈ। 10 ਪੁਰਬੀ ਇਸ਼ਨਾਨ ਹੁੰਦਾ ਤੀਰਥਾਂ ਦੇ ਉੱਤੇ। ਇੱਕੋ ਦਿਨ ਵਿੱਚ 10 ਪੁਰਬਾਂ ਦਾ ਇਸ਼ਨਾਨ। ਕਹਿੰਦੇ ਇਹ 10 ਪੁਰਬਾਂ ਦਾ ਦਸ਼ਹਰਾ ਗੁਰੂ ਕੀ ਸੰਗਤ ਵਿੱਚ, ਜਿੱਥੇ ਗੁਰੂ ਕੇ ਗਿਆਨ ਦੀ ਕਥਾ ਹੁੰਦੀ ਹੈ। ਇਹ ਜਿਹੜਾ ਸਾਧ ਸੰਗਤ ਰੂਪੀ ਤੀਰਥ ਹੈ, ਇੱਥੇ ਮਾਨੋ 10 ਪੁਰਬਾਂ ਦਾ ਇਸ਼ਨਾਨ ਨਿੱਤ ਹੀ ਹੁੰਦਾ। ਨਿੱਤ 10 ਪੁਰਬੀ ਇਸ਼ਨਾਨ ਹੈ। ਇਸ ਤਰ੍ਹਾਂ ਵੀ ਮਹਾਂਪੁਰਸ਼ ਅਰਥ ਕਰਦੇ ਨੇ ਕਿ ਆਪਣੀਆਂ 10 ਇੰਦਰੀਆਂ ਨੂੰ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਨੂੰ ਰੋਕ ਲੈਣਾ, ਇਹੀ 10 ਪੁਰਬਾਂ ਦਾ ਇਸ਼ਨਾਨ ਹੈ। 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਤੇ ਕਾਬੂ ਕਰ ਲੈਣਾ, ਇਹਨਾਂ ਨੂੰ ਮਾੜੇ ਭੈੜੇ ਪਾਸਿਓਂ ਹਟਾ ਲੈਣਾ। ਇਹ ਸਮਝ ਲਓ 10 ਪੁਰਬਾਂ ਦਾ ਇਸ਼ਨਾਨ ਹੈ, ਜਿਹੜਾ ਨਿਤ ਗੁਰੂ ਕੀ ਸੰਗਤ ਵਿੱਚ ਆ ਕੇ ਹੁੰਦਾ ਹੈ। ਹਾਂ ਨਾਮ ਹਰ ਕਾ ਸਦਾ ਜਾਚੋ, ਦੇਹੋ ਪ੍ਰਭ ਧਰਣੀ ਧਰਾ। ਮੈਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚੋਂ ਹਰੀ ਦੇ ਅੰਮ੍ਰਿਤ ਨਾਮ ਨੂੰ ਨਿਤ ਮੰਗਦਾ ਹਾਂ। ਮੈਂ ਨਿਤ ਚਾਹੁੰਦਾ ਹੈ ਵਾਹਿਗੁਰੂ ਮੈਨੂੰ ਤੁਹਾਡੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੋਵੇ। ਦੇਹੋ ਪ੍ਰਭ ਧਰਣੀ ਧਰਾ ਹੈ, ਧਰਤੀ ਨੂੰ ਧਾਰਨ ਕਰਨ ਵਾਲੇ, ਧਰਤੀ ਦੇ ਥੰਮ ਅਕਾਲ ਪੁਰਖ ਜੀ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੋ। ਹਉ ਨਾਮ ਹਰ ਕਾ ਸਦਾ ਜਾਚੋ। ਜਿਹੜਾ ਨਾਮ ਤੀਰਥ ਹੈ, ਉਸ ਨਾਮ ਰੂਪੀ ਤੀਰਥ ਨੂੰ ਮਹਾਰਾਜ ਜੀ ਮੈਂ ਤੁਹਾਡੇ ਚਰਨਾਂ ਚੋਂ ਸਦਾ ਮੰਗਦਾ ਹਾਂ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਇਹ ਸੰਸਾਰ ਰੋਗੀ ਹੈ, ਜੋ ਜੋ ਦਿਸੈ ਸੋ ਸੋ ਰੋਗੀ। ਕਿਸੇ ਨੂੰ ਦਵੈਸ਼ ਦੀ, ਈਰਖਾ ਦਾ ਬੁਖਾਰ ਚੜਿਆ ਹੋਇਆ, ਕਿਸੇ ਨੂੰ ਪਰਾਈ ਨਿੰਦਾ ਕਰਨ ਦਾ, ਉਲਟੀਆਂ ਦਾ ਰੋਗ ਲੱਗਾ ਹੋਇਆ, ਕਿਸੇ ਨੂੰ ਕਿਸੇ ਪਰਾਏ ਦੀ ਵਿਭੂਤੀ ਨਾ ਜਰਨ ਦਾ, ਪੇਟ ਦੀ ਪੀੜਾ, ਪੇਟ ਦਾ ਸੂਲ ਉੱਠਿਆ ਹੋਇਆ। ਇਹ ਸਭ ਰੋਗ ਨੇ। ਸੰਸਾਰ ਰੋਗੀ ਹੈ ਔਰ ਇਹਨਾਂ ਸਾਰੇ ਸੰਸਾਰ ਦੇ ਰੋਗਾਂ ਦਾ ਇੱਕੋ ਦਾਰੂ ਹੈ, ਉਹ ਹੈ ਅਕਾਲ ਪੁਰਖ ਦਾ ਨਾਮ। ਨਾਮ ਦਾਰੂ ਸਰਬ ਰੋਗ ਕਾ ਔਖਦ ਨਾਮ, ਸਰਬ ਰੋਗ ਕਾ ਔਖਦ ਨਾਮ। ਪਰਮੇਸ਼ਰ ਦਾ ਨਾਮ ਸਾਰੀਆਂ ਬਿਮਾਰੀਆਂ ਦੀ ਔਸ਼ਧੀ। ਤੇ ਜਿਹੜੇ ਇਸ ਸੱਚ ਤੋਂ ਟੁੱਟੇ ਹੋਏ ਨੇ, ਉਹਨਾਂ ਨੂੰ ਹਮੇਸ਼ਾ ਮੰਦ ਕਰਮਾਂ ਦੀ, ਭੈੜੇ ਕਰਮਾਂ ਦੀ ਮੈਲ ਲੱਗੀ ਰਹਿੰਦੀ। ਮੈਲ ਲੱਗੈ ਸੱਚ ਬਿਨਾ, ਸੱਚ ਤੋਂ ਬਿਨਾ। ਤੇ ਇਹਨਾਂ ਦੇ ਅੰਤःਕਰਣ ਵਿੱਚ ਹਮੇਸ਼ਾ ਪਾਪ ਕਰਮਾਂ ਦੀ ਮੈਲ ਲੱਗੀ ਰਹਿੰਦੀ ਹੈ। ਗੁਰਵਾਕ ਨਿਰਮਲ ਸਦਾ ਚਾਨਣਾ, ਨਿਤ ਸਾਚ ਤੀਰਥ ਮੱਜਣਾ। ਗੁਰੂ ਪਾਤਸ਼ਾਹ ਦੇ ਕੀਤੇ ਹੋਏ ਜਿਹੜੇ ਬਚਨ ਨੇ, ਗੁਰਵਾਕ, ਇਹ ਨਿਰਮਲ ਨੇ। ਗੁਰੂ ਸਾਹਿਬ ਦੇ ਜਿਹੜੇ ਵਾਕ ਨੇ ਨਾ, ਗੁਰੂ ਖਾਲਸਾ ਜੀ, ਇਹ ਪਹਿਲਾਂ ਵੀ ਨਿਰਮਲ ਸੀ, ਹੁਣ ਵੀ ਨਿਰਮਲ ਨੇ ਤੇ ਅੱਗੇ ਵੀ ਨਿਰਮਲ ਰਹਿਣਗੇ।
ਇਹਨਾਂ ਪਾਵਨ ਵਾਕਾਂ ਦੇ ਉੱਤੇ ਸੰਸਾਰ ਦੇ ਕਿਸੇ ਵੀ ਵਿਅਕਤੀ ਵੱਲੋਂ ਕਿਸੇ ਵੀ ਪ੍ਰਕਾਰ ਦੀ ਦੂਸ਼ਣਬਾਜ਼ੀ ਨਹੀਂ ਕੀਤੀ ਜਾ ਸਕਦੀ, ਊਣਤਾਈ ਨਹੀਂ ਕੱਢੀ ਜਾ ਸਕਦੀ ਕਿ ਗੁਰੂ ਕੇ ਵਾਕਾਂ ਵਿੱਚ, ਗੁਰੂ ਕੇ ਬਚਨਾਂ ਵਿੱਚ ਕੋਈ ਊਣਤਾਈ ਨਹੀਂ ਕੱਢੀ ਜਾ ਸਕਦੀ। ਇਸ ਕਰਕੇ ਨਿਰਮਲ ਨੇ। ਦੁਨੀਆ ਦਾ ਕੋਈ ਵਿਅਕਤੀ ਚੈਲੰਜ ਨਹੀਂ ਕਰਕੇ ਕਹਿ ਸਕਦਾ ਕਿ ਗੁਰਬਾਣੀ ਵਿੱਚ ਆਹ ਵਚਨ ਠੀਕ ਨਹੀਂ ਲਿਖਿਆ। ਚਾਹੇ ਅੱਜ ਦਾ ਸਮਾਂ, ਚਾਹੇ ਅੱਜ ਤੋਂ ਹਜ਼ਾਰਾਂ ਲੱਖਾਂ ਸਾਲ ਬਾਅਦ ਦਾ ਸਮਾਂ ਹੋਵੇਗਾ। ਅੱਜ ਜਿਤਨੀ ਸੱਤ ਹੈ, ਅੱਜ ਤੋਂ 500 ਸਾਲ ਪਹਿਲਾਂ ਜਿਤਨੀ ਸੱਤ ਸੀ, ਆਉਣ ਵਾਲੇ ਲੱਖਾਂ ਸਾਲਾਂ ਦੇ ਵਿੱਚ ਵੀ ਉਤਨੀ ਸੱਤ ਹੈ। ਇਹ ਗੁਰੂ ਕੇ ਬਾਗ ਨਿਰਮਲ ਨੇ, ਔਰ ਇਹਨਾਂ ਵਿੱਚ ਸਦਾ ਹੀ ਚਾਨਣਾ ਹੈ। ਇਹ ਚਾਨਣ ਗੁਰੂ ਕੀ ਜਿਹੜੇ ਪਾਵਨ ਵਾਕ ਨੇ, ਗੁਰਬਾਣੀ ਦੇ ਜਿਹੜੇ ਸ਼ਬਦ ਨੇ, ਇਹ ਸਾਡੇ ਅੰਧਿਆਰੇ ਜੀਵਨ ਦੇ ਵਿੱਚ ਦੀਵੇ ਦਾ ਕੰਮ ਕਰਦੇ। ਮੈਂ ਤਾਂ ਇਸ ਤਰ੍ਹਾਂ ਸਮਝਦਾ ਕਿ ਗੁਰਬਾਣੀ ਦਾ ਇਹ ਚਾਨਣਾ ਸਾਡੇ ਅੰਧਕਾਰ ਭਰੇ ਜੀਵਨ ਵਿੱਚ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਜੈਸਾ ਹੈ। ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਹੈ, ਇਹਨਾਂ ਵਿੱਚ ਸਦਾ ਹੀ ਚਾਨਣ। ਗੁਰਬਾਣੀ ਇਸ ਜਗ ਮੈਂ ਚਾਨਣ, 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 ਗੁਰਬਾਣੀ ਇਸ ਜਗ ਮੈਂ ਚਾਨਣ। ਗੁਰਬਾਣੀ ਚਾਨਣਾ ਹੈ। ਸਾਹਿਬ ਦੀ ਪਾਵਨ ਬਾਣੀ ਤੋਂ ਬਿਨਾਂ ਸੰਸਾਰ ਵਿੱਚ ਅੰਧਕਾਰ ਹੀ ਅੰਧਕਾਰ ਹੈ। ਇਸ ਅੰਧਕਾਰ ਦੇ ਵਿੱਚ ਚਾਨਣੇ ਦੀ ਜ਼ਰੂਰਤ ਸੀ। ਉਹ ਚਾਨਣਾ ਗੁਰੂ ਨਾਨਕ ਸਾਹਿਬ ਨੇ ਆਪਣੇ ਬਚਨਾਂ ਦੁਆਰਾ ਵੰਡਿਆ, ਆਪਣੇ ਵਾਕਾਂ ਦੁਆਰਾ ਵੰਡਿਆ। ਸਤਿਗੁਰਾਂ ਦੇ ਇਹ ਵਾਕ ਚਾਨਣਾ ਹੈ। ਔਰ ਇਸ ਤਰ੍ਹਾਂ ਕਹਿ ਲਈਏ, ਨਿਤ ਸੱਚਾ ਤੀਰਥ ਹੈ, ਜਿੱਥੇ ਆ ਕੇ ਗੁਰਸਿੱਖ ਨਿਤ ਨਹਾਉਂਦੇ ਆ, ਮੱਜਨ ਕਰਦੇ, ਇਸ਼ਨਾਨ ਕਰਦੇ। ਗੁਰੂ ਕੇ ਵਾਕਾਂ ਦੇ, ਗੁਰੂ ਕੀ ਬਾਣੀ ਦੇ ਇਸ ਤੀਰਥ ਵਿੱਚ ਗੁਰਸਿੱਖ ਨਿਤ ਇਸ਼ਨਾਨ ਕਰਦੇ ਹਨ। ਸਾਚ ਨਾ ਲਾਗੈ ਮੈਲ, ਕਿਆ ਮਲ ਧੋਈਐ। ਸੱਚ ਨੂੰ ਕਦੇ ਮੈਲ ਨਹੀਂ ਲੱਗਦੀ। ਜੋ ਆਤਮ ਸਰੂਪ ਸੱਚ ਹੈ ਉਹ ਕਦੇ ਮੈਲਾ ਨਹੀਂ ਹੁੰਦਾ। ਜੇ ਉਹ ਮੈਲਾ ਹੀ ਨਹੀਂ ਹੁੰਦਾ ਤੇ ਫਿਰ ਉਸ ਨੂੰ ਮਲ ਕੇ ਧੋਣ ਦਾ ਮਤਲਬ ਕੀ ਹੈ? ਫਿਰ ਤਾਂ ਬੇਫਜ਼ੂਲਾ ਟਾਈਮ ਬਰਬਾਦ ਹੈ, ਸਮੇਂ ਦੀ ਬਰਬਾਦੀ ਹੈ। ਜੇ ਸਾਫ਼ ਚੀਜ਼ ਨੂੰ ਦੁਬਾਰਾ ਧੋਣ ਦਾ ਕੀ ਮਤਲਬ? ਜੋ ਨਿਰਮਲ ਹੈ, ਸ਼ੁੱਧ, ਜੋ ਸਾਡਾ ਨਿਜ ਆਤਮ ਸਰੂਪ ਹੈ, ਸੱਚ ਹੈ, ਉਹ ਸਦਾ ਹੀ ਨਿਰਮਲ ਹੈ। ਉਹਨੂੰ ਕਦੇ ਮੈਲ ਲੱਗਦੀ ਨਹੀਂ ਤੇ ਫਿਰ ਉਹਨੂੰ ਮਲ ਕੇ ਧੋਣ ਦਾ ਮਤਲਬ ਕੀ ਹੈ ਕਿਸੇ ਤੀਰਥ ਵਿੱਚ? ਉਹ ਤਾਂ ਸ਼ੁੱਧ ਹੋ ਚੁੱਕਾ ਹੈ। ਗੁਣ ਹੈ ਹਰ ਪਰੋਏ, ਕਿਸ ਕੋ ਰੋਈਐ। ਰੱਬ ਦੇ ਪਿਆਰਿਆਂ ਨੇ ਆਪਣੇ ਗਲ ਵਿੱਚ ਗੁਣਾਂ ਦਾ ਹਾਰ ਪਰੋ ਕੇ ਪਾ ਲਿਆ। ਹੁਣ ਜਦੋਂ ਸ਼ੁਭ ਗੁਣਾਂ ਦਾ ਹਾਰ ਉਹਨਾਂ ਦੇ ਗਲ ਵਿੱਚ ਪੈ ਗਿਆ ਤੇ ਫਿਰ ਹੁਣ ਉਹ ਕਿਹੜੇ ਗੁਣ ਨੂੰ ਰੋਣ ਕਿ ਸਾਡੇ ਕੋਲ ਆ ਗੁਣ ਨਹੀਂ? ਯਾਨੀ ਕਿ ਕਿਸੇ ਗੁਣ ਵਾਸਤੇ ਫਿਰ ਉਹਨਾਂ ਨੂੰ ਤਰਲੋ ਮੱਛੀ ਨਹੀਂ ਹੋਣਾ ਪੈਂਦਾ। ਗੁਣਾਂ ਦਾ ਹਾਰ ਉਹਨਾਂ ਦੇ ਗਲ ਵਿੱਚ ਨਾਮ ਦੇ ਦੁਆਰਾ ਪੈ ਚੁੱਕਾ ਹੈ। ਜਿਸ ਗੁਣ ਦੀ ਲੋੜ ਜਦੋਂ ਹੁੰਦੀ ਹੈ ਵਰਤ ਲੈਂਦੇ। ਜਦੋਂ ਸਬਰ ਚਾਹੀਦਾ ਸਬਰ ਆ ਜਾਂਦਾ, ਜਦੋਂ ਦਇਆ ਚਾਹੀਦੀ ਹੈ ਉਹਨਾਂ ਨੂੰ ਦਇਆ ਪ੍ਰਾਪਤ ਹੋ ਜਾਂਦੀ ਹੈ, ਜਦੋਂ ਮੈਤਰੀ ਭਾਵ ਚਾਹੀਦਾ ਉਦੋਂ ਮੈਤਰੀ ਭਾਵ ਆ ਜਾਂਦਾ, ਜਦੋਂ ਕਰੁਣਾ ਚਾਹੀਦੀ ਹੈ ਕਰੁਣਾ ਆ ਜਾਂਦੀ ਹੈ, ਜਦੋਂ ਮੁੱਦਤਾ ਚਾਹੀਏ ਤਾਂ ਮੁੱਦਤਾ ਆ ਜਾਂਦੀ, ਜਦੋਂ ਉਪੇਖਿਆ ਚਾਹੀਏ ਉਪੇਖਿਆ ਆ ਜਾਂਦੀ, ਤਤਿਕਸ਼ਾ ਚਾਹੀਏ ਤਤਿਕਸ਼ਾ। ਇਹ ਜਿਤਨੇ ਵੀ ਸ਼ੁਭ ਗੁਣ ਨੇ
ਇਹ ਸਾਰੇ ਸ਼ੁਭ ਗੁਣਾਂ ਦਾ ਹਾਰ ਰੱਬ ਦੇ ਪਿਆਰਿਆਂ ਨੇ ਆਪਣੇ ਕੰਠ ਦੇ ਵਿੱਚ ਪਾ ਲਿਆ। ਹੁਣ ਉਹਨਾਂ ਨੂੰ ਕਿਸੇ ਗੁਣ ਲਈ ਤਰਲੋ ਮੱਛੀ ਨਹੀਂ ਹੋਣਾ ਪੈਂਦਾ, ਰੋਣਾ ਧੋਣਾ ਨਹੀਂ ਪੈਂਦਾ। ਸਾਰੇ ਹੀ ਗੁਣ ਵਾਹਿਗੁਰੂ ਨੇ ਵਿਧਾਤੇ ਨੇ, ਉਹਨਾਂ ਨੂੰ ਦੇ ਕੇ ਨਿਵਾਜ ਦਿੱਤਾ ਹੈ। ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਆਵੇ। ਜਿਹੜੇ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਦੁਆਰਾ ਆਪਣੇ ਹਿਰਦੇ ਦੀਆਂ ਜਿਤਨੀਆਂ ਭੈੜੀਆਂ ਤੇ ਮਾੜੀਆਂ ਵਿਚਾਰਾਂ ਨੇ ਉਹਨਾਂ ਨੂੰ ਮਾਰ ਲੈਂਦੇ ਆ। ਉਹ ਜਿੱਥੇ ਆਪ ਤਰਦੇ ਨੇ ਆਪਣੇ ਨਾਲ ਆਪਣੇ ਸਾਥੀਆਂ ਤੇ ਸੰਗੀਆਂ ਨੂੰ ਵੀ ਤਾਰ ਲੈਂਦੇ। ਉਹ ਮੁੜ ਕੇ ਜੋਨੀਆਂ ਵਿੱਚ ਨਹੀਂ ਆਉਂਦੇ। ਉਲਟ ਦਾ ਮਤਲਬ ਮੁੜ ਕੇ ਦੁਬਾਰਾ ਫੇਰ ਉਹ 84 ਲੱਖ ਜੋਨੀਆਂ ਦੇ ਗੇੜੇ ਵਿੱਚ ਨਹੀਂ ਭਟਕਦੇ, ਜਿਹੜੇ ਆਪਣੇ ਹਿਰਦੇ ਦੀਆਂ ਮਾੜੀਆਂ ਭੈੜੀਆਂ ਸਾਰੀਆਂ ਵਿਚਾਰਾਂ ਨੂੰ ਸ਼ਾਂਤ ਕਰ ਲੈਂਦੇ। ਜਦੋਂ ਬ੍ਰਹਮ ਵਿਚਾਰ ਹੋ ਕੇ ਬ੍ਰਹਮ ਵਿੱਚ ਹੀ ਸੁਰਤ ਚਲੀ ਜਾਂਦੀ, ਉਦੋਂ ਫਿਰ ਸਾਰੀਆਂ ਵਿਚਾਰਾਂ ਸਮਾਪਤ ਹੋ ਜਾਂਦੀਆਂ। ਉਦੋਂ ਫਿਰ ਕੋਈ ਵਿਚਾਰ, ਕੋਈ ਫੁਰਨਾ, ਕੋਈ ਸੰਕਲਪ, ਕੋਈ ਵਾਸ਼ਨਾ ਪਿੱਛੇ ਨਹੀਂ ਰਹਿ ਜਾਂਦੀ। ਜਦੋਂ ਤੱਕ ਉਹ ਵਾਸ਼ਨਾਵਾਂ ਹਨ ਉਦੋਂ ਤੱਕ ਜਨਮ ਮਰਨ ਹੈ। ਜਦੋਂ ਵਾਸ਼ਨਾਵਾਂ ਹੀ ਸਮਾਪਤ ਹੋ ਗਈਆਂ ਫਿਰ ਜਨਮ ਕਾਹਦਾ? ਹਾਂਜੀ, ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਪਾਵੇ। ਉਹ ਆਪ ਪਾਰ ਸਰੂਪ ਹੋ ਗਏ, ਸ੍ਰੇਸ਼ਟ ਧਿਆਨੀ ਹੋ ਗਏ, ਉਸ ਸੱਚੇ ਦੇ ਹਿਰਦੇ ਨੂੰ ਭਾ ਗਏ, ਕਿਉਂਕਿ ਉਹਨਾਂ ਨੇ ਆਪਣੇ ਹਿਰਦੇ 'ਚ ਸੱਚ ਸਰੂਪ ਵਾਹਿਗੁਰੂ ਨੂੰ ਧਾਰਨ ਕੀਤਾ ਹੈ। ਆਨੰਦ ਅਨੰਦਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ। ਰਾਤ ਦਿਨ ਉਹਨਾਂ ਦੇ ਹਿਰਦੇ ਵਿੱਚ ਆਨੰਦ ਹੀ ਆਨੰਦ ਹੈ। ਉਹਨਾਂ ਦੇ ਹਿਰਦੇ ਵਿੱਚ ਖੇੜਾ ਹੈ। ਜਿਤਨੇ ਦੁੱਖ ਨੇ, ਜਿਤਨੇ ਕਿਲ ਵਿਖ ਨੇ, ਉਹਨਾਂ ਨੇ ਆਪਣੇ ਹਿਰਦੇ ਚੋਂ ਪਰ ਹਰੇ ਤਿਆਗ ਦਿੱਤੇ ਹਨ। ਸਾਰੇ ਪਾਪ, ਜਿਤਨੇ ਮਲਨ ਪਾਪ ਸਨ, ਸਾਰੇ ਤਿਨਾਂ ਨੇ ਆਪਣੇ ਹਿਰਦੇ ਚੋਂ ਹਰ ਲਏ ਨੇ, ਤਿਆਗ ਦਿੱਤੇ ਹਨ। ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ। ਤਿਨਾਂ ਨੇ ਸੱਚੇ ਨਾਮ ਦੀ ਪ੍ਰਾਪਤੀ ਕੀਤੀ ਹੈ। ਗੁਰੂ ਨੇ ਆਪ ਤਰਸ ਕਰਕੇ ਉਹਨਾਂ ਨੂੰ ਨਾਮ ਦੇ ਦਰਸ਼ਨ ਕਰਾਏ ਨੇ। ਜਿਹੜੇ ਸੱਚ ਨੂੰ ਮੰਨਣ ਵਾਲੇ ਨੇ ਉਹਨਾਂ ਨੂੰ ਕਦੇ ਕਿਸੇ ਵੀ ਮਾੜੇ ਭੈੜੇ ਕਰਮ ਦੀ ਮੈਲ ਨਹੀਂ ਲੱਗਦੀ। ਮੈਲ ਨਾਹੀ ਸੱਚ ਮੰਨੇ। ਜਿਹੜੇ ਸੱਚ ਨੂੰ ਮੰਨਦੇ ਨੇ ਉਹਨਾਂ ਨੂੰ ਕਦੇ ਕਿਸੇ ਪ੍ਰਕਾਰ ਦੀ ਮੈਲ ਨਹੀਂ ਲੱਗਦੀ। ਸੰਗਤ ਮੀਤ ਮਿਲਾਪ ਪੂਰਾ ਨਾਵਣੋ। ਇੱਕ ਇਸ਼ਨਾਨ ਆਪ ਜੀ ਨੇ ਘਰ ਕੀਤਾ ਹੈ ਸਰੀਰ ਦਾ, ਉਹ ਅਧੂਰਾ ਹੈ। ਕਦੋਂ ਤੱਕ? ਜਦੋਂ ਤੱਕ ਸਾਧ ਸੰਗਤ ਵਿੱਚ ਆ ਕੇ ਤੁਸੀਂ ਬੈਠ ਕੇ ਗੁਰੂ ਕੀ ਬਾਣੀ ਦੀ ਕਥਾ ਨਹੀਂ ਸੁਣਦੇ, ਕੀਰਤਨ ਨਹੀਂ ਸੁਣਦੇ। ਸਾਧ ਸੰਗਤ ਦੇ ਵਿੱਚ ਆ ਕੇ ਸਤਸੰਗੀ ਰੂਪੀ ਮਿੱਤਰਾਂ ਨਾਲ ਮਿਲਾਪ ਕਰਕੇ ਜਦੋਂ ਬੈਠਦੇ ਹਾਂ ਤਾਂ ਪਾਤਸ਼ਾਹ ਕਹਿੰਦੇ ਪੂਰਾ ਇਸ਼ਨਾਨ ਹੈ, ਪੂਰਾ ਨਾਵਣੋ। ਕੱਲਾ ਤਨ ਦਾ ਇਸ਼ਨਾਨ ਅਧੂਰਾ ਹੈ। ਪੂਰਾ ਕਦੋਂ ਹੁੰਦਾ ਹੈ? ਜਦੋਂ ਤੁਸੀਂ ਸਾਧ ਸੰਗਤ ਵਿੱਚ ਆ ਕੇ ਜੁੜ ਕੇ ਬੈਠਦੇ। ਸੰਗਤ ਮੀਤ ਮਿਲਾਪ, ਸੰਗਤ ਦੇ ਨਾਲ। ਸੰਗਤ ਜਿਹਾ ਦੁਨੀਆ 'ਚ ਕੋਈ ਗੁਰੂ ਖਾਲਸਾ ਜੀ ਸਾਡਾ ਮਿੱਤਰ ਨਹੀਂ ਹੈ। ਸੰਗਤ ਕਾਮ ਤੇਨ ਗਊ ਹੈ, ਸੰਗਤ ਚਿੰਤਾਮਣੀ ਹੈ, ਸੰਗਤ ਪਾਰਜਾਤ ਰੁੱਖ ਹੈ, ਜਿੱਥੇ ਆ ਕੇ ਸਭ ਕੁਝ ਪ੍ਰਾਪਤ ਹੋ ਜਾਂਦਾ। ਇਸ ਕਰਕੇ ਸੰਗਤ ਜਿਹਾ ਮਿੱਤਰ ਕੌਣ ਹੋ ਸਕਦਾ? ਜਿਸ ਸੰਗਤ ਦੇ ਸੰਗ ਕੀਤਿਆਂ ਜੀਵਨ ਮੁਕਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਸ ਸੰਗਤ ਜਿਹਾ ਮਿੱਤਰ ਕੋਈ ਹੋਰ ਹੋ ਸਕਦਾ? ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਭਾਈ ਗੁਰਦਾਸ
ਕਿਸੇ ਦੀ ਸੰਗਤ ਕੀਤਿਆਂ ਜੀਵਨ ਮੁਕਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਪਰ ਕਿਸੇ ਦੀ ਸੰਗਤ ਕੀਤਿਆਂ ਜੀਵ ਨੂੰ ਜਮਪੁਰੀ ਜਾਣਾ ਪੈ ਜਾਂਦਾ ਹੈ। ਉਹ ਵੀ ਸੰਗਤ ਹੈ। ਭੱਦੇ ਤੇ ਮਾੜੇ ਪੁਰਸ਼ਾਂ ਦੀ ਸੰਗਤ ਜਮਪੁਰੀ ਲੈ ਜਾਂਦੀ ਹੈ, ਤੇ ਗੁਰੂ ਕੀ ਸੰਗਤ ਜੀਵਨ ਮੁਕਤ ਅਵਸਥਾ ਪ੍ਰਦਾਨ ਕਰਦੀ ਹੈ। ਤੋ ਸਾਧ ਸੰਗਤ ਦਾ ਜਿਹੜਾ ਮਿਲਾਪ ਹੈ, ਜਿੱਥੇ ਅਸੀਂ ਸੰਗਤ ਵਿੱਚ ਆ ਕੇ ਜੁੜ ਬੈਠਦੇ ਹਾਂ ਘੜੀਆਂ ਦੋ ਘੜੀਆਂ, ਇਹ ਪੂਰਾ ਇਸ਼ਨਾਨ ਹੈ। ਹਾਂਜੀ। ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ। ਗਾਉਂਦੇ ਹਨ ਇੱਥੇ ਗਾਵਣ ਹਾਰੇ ਕੀਰਤਨੀਏ ਵਾਹਿਗੁਰੂ ਦੀ ਸਿਫਤ ਨੂੰ, ਸਾਹਿਬ ਦੇ ਸ਼ਬਦਾਂ ਨੂੰ, ਔਰ ਸਤਿਗੁਰਾਂ ਦੇ ਸ਼ਬਦਾਂ ਦੁਆਰਾ ਉਹ ਸੋਭਨੀਕ ਹੋ ਜਾਂਦੇ ਨੇ ਜਦੋਂ ਗਾਉਂਦੇ ਨੇ। ਜਦੋਂ ਸੰਗਤ ਵਿੱਚ ਆ ਕੇ ਗੁਰਬਾਣੀ ਨੂੰ ਗਾਇਨ ਕੀਤਾ ਜਾਂਦਾ, ਸਤਸੰਗੀਆਂ ਵੱਲੋਂ ਸੁਣਿਆ ਜਾਂਦਾ ਹੈ, ਤਾਂ ਉਸ ਵੇਲੇ ਉਹ ਸਤਿਗੁਰਾਂ ਦੇ ਸ਼ਬਦ ਦੁਆਰਾ ਸ਼ੋਭਨੀਕ ਹੋ ਜਾਂਦੇ ਹਨ। ਸਾਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ। ਇਹ ਭਾਈ ਸੱਚੇ ਮਨ ਦੁਆਰਾ ਉਸ ਵਾਹਿਗੁਰੂ ਨੂੰ ਸਲਾਹ ਔਰ ਸਤਿਗੁਰਾਂ ਦਾ ਹਿਰਦੇ 'ਚ ਮਨਨ ਕਰ, ਪੁੰਨ ਦਾਨ ਦੀ ਬਿਰਤੀ ਬਣਾ, ਦਇਆ ਵਾਲੀ ਮਤ ਧਾਰਨ ਕਰ। ਪੁੰਨ ਤੇ ਦਾਨ ਵਾਲੀ ਬਿਰਤੀ ਬਣਾ, ਦਇਆ ਵਾਲੀ ਮਤ ਨੂੰ ਧਾਰਨ ਕਰ, ਸਤਿਗੁਰਾਂ ਦਾ ਹਿਰਦੇ 'ਚ ਮਨਨ ਕਰ। ਫਿਰ ਸੰਗ ਭਾਵੈ ਸਹਜ ਨਾਵੈ ਬੇੜੀ ਤਾਂ ਸੰਗਮ ਸਤ ਸਤੇ। ਜਦੋਂ ਤੂੰ ਆਪਣੇ ਫਿਰ ਵਾਹਿਗੁਰੂ ਪਰਮੇਸ਼ਰ ਨੂੰ ਭਾ ਗਿਆ, ਤਾਂ ਫਿਰ ਤੂੰ ਸਹਿਜ ਵਿੱਚ ਗਿਆਨ ਦੇ ਵਿੱਚ ਨਹਾਵੇਂਗਾ। ਤੇ ਜਿਹੜੀ ਗੁਰੂ ਕੀ ਸੰਗਤ ਹੈ, ਸਤ ਸੱਤੇ ਸਾਧ ਸੰਗਤ ਹੈ, ਇਹ ਤ੍ਰਿਵੇਣੀ ਦਾ ਸੰਗਮ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਥੇ ਗੰਗਾ ਜਮਨਾ ਸਰਸਵਤੀ ਤਿੰਨੇ ਮਿਲਦੀਆਂ ਨੇ। ਤੁਸੀਂ ਆਖੋ ਵੀ ਸਾਧ ਸੰਗਤ ਵਿੱਚ ਗੰਗਾ ਜਮਨਾ ਸਰਸਵਤੀ ਕਿਹੜੀਆਂ ਨੇ? ਇਲਾਹਾਬਾਦ ਵਿੱਚ ਹੁੰਦਾ ਨਾ ਇਹ ਸੰਗਮ, ਉਹਨੂੰ ਬੇਣੀ ਕਹਿ ਦਿੰਦੇ ਆ, ਤ੍ਰਿਵੇਣੀ। ਜਿੱਥੇ ਗੰਗਾ ਜਮਨਾ ਸਰਸਵਤੀ ਮਿਲਦੇ ਹੋਣ, ਤੇ ਇੱਥੇ ਤਾਂ ਗੁਰੂ ਨਾਨਕ ਸਾਹਿਬ ਜੀ ਸਾਧ ਸੰਗਤ ਨੂੰ ਬੇਣੀ ਕਹਿ ਰਹੇ ਨੇ। ਫਿਰ ਇੱਥੇ ਕਿਹੜੀਆਂ ਤਿੰਨ ਨਦੀਆਂ ਨੇ? ਤਾਂ ਮਹਾਪੁਰਸ਼ ਦੱਸਦੇ, ਇੱਥੇ ਸ਼ੁਭ ਕਰਮਾਂ ਦੀ ਜਮਨਾ, ਉਪਾਸ਼ਨਾ ਦੀ ਸਰਸਵਤੀ, ਔਰ ਗਿਆਨ ਦੀ ਗੰਗਾ। ਇਹ ਤਿੰਨੇ ਸਾਧ ਸੰਗਤ ਵਿੱਚ ਆ ਕੇ ਮਿਲਦੀਆਂ ਨੇ। ਕਰਮ, ਉਪਾਸ਼ਨਾ ਔਰ ਗਿਆਨ। ਫਿਰ ਆਪੇ ਹੋ ਗਿਆ ਤ੍ਰਿਵੇਣੀ। ਕਹਿੰਦੇ ਜਦੋਂ ਤੁਸੀਂ ਸਾਧ ਸੰਗਤ ਵਿੱਚ ਆ ਕੇ ਇਸ ਬੇਣੀ 'ਚ ਇਸ਼ਨਾਨ ਕਰਦੇ ਹੋ, ਕਰਮ, ਗਿਆਨ, ਉਪਾਸ਼ਨਾ ਤੇ ਗਿਆਨ ਤੱਕ ਪਹੁੰਚਦੇ ਹੋ, ਤਾਂ ਫਿਰ ਉਸ ਫਿਰ ਵਾਹਿਗੁਰੂ ਪਰਮੇਸ਼ਰ ਨੂੰ ਪਾ ਜਾਂਦੇ ਹੋ। ਫਿਰ ਤੁਸੀਂ ਅਸਲ ਵਿੱਚ ਗਿਆਨ 'ਚ ਇਸ਼ਨਾਨ ਕਰਦੇ ਹੋ। ਆਰਾਧੇ ਕੰਕਾਰ ਸਾਚਾ ਨਿਤ ਦੇ ਚੜ੍ਹੈ ਸਵਾਇਆ। ਉਸ ਏਕੰਕਾਰ ਵਾਹਿਗੁਰੂ ਪਰਮੇਸ਼ਰ ਨੂੰ ਆਰਾਧ, ਜਿਹੜਾ ਸੱਚਾ ਹੈ, ਔਰ ਜਿਹੜਾ ਸਾਨੂੰ ਨਿਤ ਦਾਨ ਦਿੰਦਾ ਹੈ, ਔਰ ਜਿਸ ਦਾ ਦਿੱਤਾ ਹੋਇਆ ਦਾਨ ਦਿਨ ਦਿਨ ਚੜ੍ਹੈ ਸਵਾਇਆ। ਆਹਾ, ਦਿਨ ਪ੍ਰਤੀ ਦਿਨ ਹੋਰ ਵੱਧਦਾ ਚੱਲਿਆ ਜਾਂਦਾ, ਵੱਧਦਾ ਚੱਲਿਆ ਜਾਂਦਾ। ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਆ, ਕਹਿੰਦੇ ਭ੍ਰਿਗੂ ਨੰਦ ਨੇ ਜਿਨ੍ਹਾਂ ਬ੍ਰਾਹਮਣਾਂ ਨੂੰ ਦਾਨ ਦਿੱਤਾ, 21 ਵਾਰ ਰਾਜ ਦਿੱਤਾ, ਉਹ ਬ੍ਰਾਹਮਣ ਅਜ ਮੰਗਤੇ ਵੇਖੇ ਜਾਂਦੇ ਨੇ। ਸ਼੍ਰੀ ਰਾਮ ਜੀ ਨੇ ਯੱਗ ਕਰਦਿਆਂ ਹੋਇਆਂ ਜਿਨ੍ਹਾਂ ਬ੍ਰਾਹਮਣਾਂ ਨੂੰ ਦਾਨ ਦਿੱਤਾ, ਉਹਨਾਂ ਦੇ ਪੁੱਤਰ ਪੋਤਰਿਆਂ ਪੜਪੋਤਰਿਆਂ ਤੱਕ ਉਹਨਾਂ ਨੇ ਖਾਧਾ, ਪਰ ਮੁੜ ਕੇ ਅੱਜ ਫੇਰ ਸੰਸਾਰ ਵਿੱਚ ਜਜਮਾਨਾਂ ਕੋਲ ਮੰਗਤੇ ਵੇਖੇ ਜਾਂਦੇ ਨੇ। ਪਰ ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਨੂੰ ਤੁਸੀਂ ਦਾਨ ਦਿੱਤਾ ਹੈ, ਦਾਨ ਤੁਹਾਡੇ ਕੋਲੋਂ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੂੰ ਕਿਤੇ ਮੰਗਣਾ ਨਹੀਂ ਪਿਆ, ਸਗੋਂ ਤੁਹਾਡਾ ਹੀ ਦਿੱਤਾ ਹੋਇਆ ਦਾਨ ਦਿਨ ਪ੍ਰਤੀ ਦਿਨ ਵੱਧਦਾ ਚਲਿਆ ਜਾਂਦਾ ਹੈ, ਵੱਧਦਾ ਚਲਿਆ। ਨਿਤ ਦੇ ਜੋ ਰੱਬ ਦਿੰਦਾ ਨਾ, ਨਿਤ
ਉਹ ਚੜ੍ਹੈ ਸਵਾਇਆ। ਸਵਾਇਆ ਦਾ ਮਤਲਬ ਹੁੰਦਾ ਵੀ ਉਹ ਵੱਧਦਾ ਚੱਲਿਆ ਜਾਂਦਾ ਹੈ, ਹੋਰ ਵੱਧਦਾ ਚੱਲਿਆ ਜਾਂਦਾ ਹੈ, ਉਹਦੇ 'ਚ ਕਮੀ ਨਹੀਂ ਆਉਂਦੀ। ਇਹੋ ਜਿਹਾ ਦਾਨ ਸਾਹਿਬ ਜੀ ਆਪਣੇ ਸੇਵਕਾਂ ਨੂੰ ਪ੍ਰਦਾਨ ਕਰਦੇ ਨੇ, ਬਖਸ਼ਦੇ ਹਨ। ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ। ਜਿਹੜੇ ਸਾਧ ਸੰਗਤ ਕਰਦੇ ਨੇ ਉਹਨਾਂ ਦੀ ਭੈੜੀ ਤੇ ਖੋਟੀ ਸੰਗਤ ਗਤ ਚਲੀ ਜਾਂਦੀ, ਉਹ ਭੈੜੀ ਸੰਗਤ ਤੋਂ ਬਚ ਜਾਂਦੇ ਨੇ। ਜਿਹੜੇ ਸਤ ਸੰਗਤ ਕਰਦੇ ਨੇ, ਸੰਤ ਜਨਾਂ ਦੀ ਸੰਗਤ ਕਰਦੇ ਨੇ, ਔਰ ਸੰਤ ਜਨਾਂ ਦੀ ਸੰਗਤ ਦੀ ਇਹ ਵੀ ਬਰਕਤ ਹੈ ਕਿ ਸਾਧ ਸੰਗਤ ਵਿੱਚ ਆ ਕੇ ਵਾਹਿਗੁਰੂ ਜੀ ਨਦਰ ਕਰਦੇ ਨੇ ਤੇ ਪਰਮੇਸ਼ਰ ਦੀ ਨਦਰ ਨਾਲ ਇਸ ਜੀਵ ਰੂਪੀ ਇਸਤਰੀ ਦਾ ਵਾਹਿਗੁਰੂ ਨਾਲ ਮੇਲ ਹੁੰਦਾ ਹੈ, ਮਿਲਾਪ ਹੁੰਦਾ ਹੈ। ਕਰ ਨਦਰ ਮੇਲ ਮਿਲਾਇਆ। ਨਦਰ ਕਰਕੇ ਵਾਹਿਗੁਰੂ ਜੀ ਇਸ ਜੀਵ ਨੂੰ ਆਪਣੇ ਨਾਲ ਮਿਲਾਪ ਕਰਕੇ ਮੇਲ ਲੈਂਦੇ ਹਨ। ਕਹਿਣ ਕਹਿ ਸਭ ਕੋਏ ਕੇਵਡ ਆਖੀਐ। ਕਹਿਣ ਨੂੰ ਤਾਂ ਸਾਰੇ ਕਹਿ ਰਹੇ ਨੇ, ਆਖ ਰਹੇ ਨੇ, ਪਹਿਲਾਂ ਵੀ ਹੁਣ ਵੀ ਅੱਗੇ ਵੀ ਆਖਣਗੇ। ਕਿੱਡਾ ਕੁ ਵੱਡਾ ਆਖੀਏ ਵਾਹਿਗੁਰੂ ਨੂੰ, ਕਿੱਡਾ ਵੱਡਾ ਕਹੀਏ ਵਾਹਿਗੁਰੂ। ਵੀ ਤੇਰੀ ਕੀਮਤ ਨਾ ਪਵੈ ਹੋ ਕੇ ਵੱਡਿਆ ਖਾਨਾ। ਓ ਵੀ ਤੇਰੀ ਕੀਮਤ ਨਾ ਪਵੈ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਆਪਿਆ। ਕਰੋੜਾਂ ਵਰੇ ਮੇਰੀ ਉਮਰ ਹੋ ਜੇ, ਹਵਾ ਪੀ ਕੇ ਜੀਵਾਂ। ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਆਪਿਆ। ਹਵਾ ਪੀ ਕੇ ਜੀਵਾਂ। ਨਦਰੀ ਕਿਸਾ ਨਾ ਆਵਉ ਨਾ ਕਿਛ ਪੀਆ ਨਾ ਖਾ। ਕਿਸੇ ਨੂੰ ਦਿਸਾਂ ਹੀ ਨਾ ਵੀ ਕਿੱਥੇ ਰਹਿਣਾ, ਨਾ ਕੁਝ ਖਾਵਾਂ ਨਾ ਪੀਵਾਂ, ਬਸ ਤੈਨੂੰ ਗਾਈ ਜਾਵਾਂ। ਕਰੋੜਾਂ ਸਾਲਾਂ ਦੀ ਉਮਰ ਦੇ ਵਿੱਚ ਗਾਈ ਜਾਵਾਂ, ਫਿਰ ਵੀ ਤੇਰੀ ਕੀਮਤ ਨਾ ਪਵੈ ਹੋ ਕੇ ਵੱਡਿਆ ਖਾਨਾ। हे ਵਾਹਿਗੁਰੂ ਤੇਰਾ ਨਾਮ ਕਿੱਡਾ ਵੱਡਾ ਆਖੀਏ, ਫਿਰ ਵੀ ਤੇਰੀ ਕੀਮਤ ਨਹੀਂ ਪੈਂਦੀ। ਉਸਾ ਕਟਿਆ ਵਾਰ ਵਾਰ ਪੀਸਣ ਪੀਸਾ ਪਾਏ। ਕੁਸ਼ਾ ਵਾਂਗੂ ਨਿੱਕਾ ਨਿੱਕਾ ਕੱਟ ਕੱਟ ਕੇ ਉਹਦਾ ਨਿੱਕਾ ਨਿੱਕਾ ਕੀਮਾ ਬਣਾ ਦਿਆਂ, ਆਪਣੇ ਤਨ ਦਾ ਪੀਸਣਾ ਪੀਸਦਿਆਂ। ਅੱਗੇ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ। ਸਵਾਦ ਹੀ ਰਲ ਜਾ ਅੱਗ ਚ ਸਾੜ ਕੇ ਉਸ ਨੂੰ। ਵੀ ਤੇਰੀ ਕੀਮਤ ਨਾ ਪਵੈ ਹੋ ਕੇ ਵੱਡਿਆ ਖਾਨਾ। ਪੰਖੀ ਹੋਏ ਕਾ ਜੇ ਪਵਾਂ ਸੈ ਅਸਮਾਨੀ ਜਾਓ। ਪੰਛੀ ਬਣ ਜਾ, ਸੰਕੜੇ ਅਸਮਾਨਾਂ ਤਾਈਂ ਤਾਂ ਨੂੰ ਲੰਘ ਜਾਵਾਂ। ਤੇ ਫਿਰ ਵੀ ਵਾਹਿਗੁਰੂ ਮੈਂ ਤੇਰੀ ਕੀਮਤ ਨਹੀਂ ਜਾਣ ਸਕਦਾ। ਕਿੱਡਾ ਕੁ ਕਹਾਂ ਤੇਰਾ ਨਾਮ ਕਿੱਡਾ ਕੁ ਵੱਡਾ ਹੈ। ਨਾਨਕ ਕਾਗਦ ਲਖ ਮਣਾ ਪੜ ਪੜ ਕੀਚੈ ਭਾਓ। ਮਸੂ ਟੋਟ ਨ ਆਵਈ ਲੇਖਣ ਪਾਉਣ ਚਲਾ। ਲੱਖਾਂ ਮਣ ਕਾਗਜ਼ ਮੰਗਾਵਾਂ, ਪੜ ਪੜ ਕੇ ਉਹਨਾਂ ਨੂੰ, ਫਿਰ ਤੇਰੇ ਨਾਲ ਪ੍ਰੇਮ ਕਰਾਂ, ਫਿਰ ਲਿਖਾਂ ਤੇ ਲਿਖਣ ਵਾਸਤੇ ਹਵਾ ਨੂੰ ਚਲਾਵਾਂ ਤੇ ਸ਼ਾਇਦ ਵੀ ਤੋੜ ਨਾ ਆਵੇ। ਲਿਖੀ ਜਾਵਾਂ ਤੇਰੀ ਸਿਫਤ ਨੂੰ, ਲਿਖੀ ਜਾਵਾਂ ਵੀ ਤੇਰੀ ਕੀਮਤ ਨਾ ਪਵੈ ਹੋ ਕੇ ਵੱਡਿਆ ਖਾਨਾ। ਫਿਰ ਵੀ ਤੇਰੀ ਕੀਮਤ ਨਹੀਂ ਪੈਂਦੀ ਵਾਹਿਗੁਰੂ। ਮੈਂ ਤੇਰਾ ਨਾਮ ਕਿੱਡਾ ਕੁ ਵੱਡਾ ਕਹਾਂ। ਕਹਿਣ ਕਹੈ ਸਭ ਕੋਏ ਕੇ ਵੱਡੇ ਆਖੀਐ। ਕਿੱਡਾ ਵੱਡਾ ਆਖੀਏ ਵਾਹਿਗੁਰੂ ਜੀ ਤੁਹਾਨੂੰ। ਕਹਿਣ ਨੂੰ ਸਾਰੇ ਕਹਿੰਦੇ ਨੇ, ਪਹਿਲਾਂ ਵੀ ਹੁਣ ਵੀ ਅੱਗੇ ਵੀ ਕਹਿਣਗੇ, ਪਰ ਕਿੱਡਾ ਕੁ ਵੱਡਾ ਕਹੀਏ। ਉਪਮਾ ਤਾਂ ਦੇਣੀ ਪਏਗੀ। ਐਡਾ ਵੱਡਾ ਤੇਰੇ ਜਿਹਾ ਕੋਈ ਹੈ ਹੀ ਨਹੀਂ ਕਿ ਮੈਂ ਉਪਮਾ ਦੇ ਕੇ ਕਹਿ ਸਕਾਂ ਤੂੰ ਕਿੱਡਾ ਕੁ ਵੱਡਾ ਹੈ। ਹੋ ਕੇ ਵੱਡੇ ਆਖਾਂ ਨਾ 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 ਹੋ ਕੇ ਵੱਡੇ ਆਖਾਂ ਨਾ
ਹੋ ਕੇ ਵੱਡੇ ਆਖਾਂ ਨਾਉ, ਹਾਂ ਕੇਵੜ ਆਖਾ ਨਾਉ, ਹਾਂ ਕੇਵੜ ਆਖਾ ਨਾਉ। ਵੱਡਾ ਨਾਮ ਕਹੀਏ, ਕਰੋੜਾਂ ਸਾਲ ਦੀ ਉਮਰ ਹੋਵੇ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਸੁਪਨਾ ਸੌਣ ਨਾ ਥਾਂ। ਇਹੋ ਜੀ ਗੁਫਾ ਵਿੱਚ ਬੈਠਾ ਜਿੱਥੇ ਚੰਨ ਸੂਰਜ ਨਾ ਦਿਸਣ, ਸੁਪਨੇ ਵਿੱਚ ਵੀ ਨਾ ਸਵਾਂ, ਵਾਹਿਗੁਰੂ ਫਿਰ ਵੀ ਤੇਰੀ ਕੀਮਤ ਨਹੀਂ ਪੈਂਦੀ, ਫਿਰ ਵੀ ਤੂੰ ਬੇਅੰਤ ਹੈ। ਹਾਂਜੀ। ਹਾਂ ਮੂਰਖ ਨੀਚ ਅਜਾਣ, ਸਮਝਾ ਸਾਖੀਆ। ਏ ਵਾਹਿਗੁਰੂ ਮੈਂ ਮੂਰਖ ਹਾਂ, ਨੀਚ ਹਾਂ, ਅਜਾਣ ਹਾਂ, ਤੁਸੀਂ ਸਮਝਾਓ ਤਾਂ ਸਮਝਦਾ, ਤੁਹਾਡੀ ਸਿੱਖਿਆ ਨਾਲ ਹੀ ਸਮਝ ਸਕਦਾ ਹਾਂ। ਸੱਚ ਗੁਰ ਕੀ ਸਾਖੀ, ਅੰਮ੍ਰਿਤ ਭਾਖੀ, ਤਿਤ ਮਨ ਮੰਨਿਆ ਮੇਰਾ। ਮਹਾਰਾਜ ਤੁਹਾਡੀ ਸਿੱਖਿਆ ਸੱਚੀ ਹੈ, ਤੁਹਾਡੇ ਕਹੇ ਹੋਏ ਪਾਵਨ ਬਚਨ ਅੰਮ੍ਰਿਤ ਹਨ, ਉਹਨਾਂ ਨਾਲ ਮੇਰਾ ਮਨ ਮੰਨਦਾ ਹੈ। ਕੂਚ ਕਰਹਿ ਆਵਹਿ ਬਿਖ ਲਾਦੇ, ਸ਼ਬਦ ਸੱਚਾ ਗੁਰ ਮੇਰਾ। ਕਹਿੰਦੇ ਬੜੇ ਨੇ ਜਿਹੜੇ ਬਿਖ ਨੂੰ ਲੱਦ ਕੇ ਸੰਸਾਰ ਤੋਂ ਕੂਚ ਕਰਦੇ ਨੇ, ਫਿਰ ਆਉਂਦੇ ਨੇ ਆਪਣੇ ਕਰਮ ਭੋਗਣ ਲਈ, ਪਰ ਮੇਰੇ ਸਤਿਗੁਰਾਂ ਦਾ ਜਿਹੜਾ ਸੱਚਾ ਸ਼ਬਦ ਹੈ ਉਹ ਮੇਰੀ ਬੰਦ ਖਲਾਸੀ ਦਾ ਜਰੀਆ ਹੈ। ਆਖਣ ਤੋਟ ਨਾ ਭਗਤ ਭੰਡਾਰੀ, ਭਰਪੁਰ ਰਹਿਆ ਸੋਈ। ਆਖਣ ਕਰਕੇ ਤੋਟ ਨਹੀਂ ਆਉਂਦੀ, ਮੇਰੇ ਵਾਹਿਗੁਰੂ ਦੇ ਭਗਤੀ ਦੇ ਭੰਡਾਰ ਭਰੇ ਪਏ ਨੇ, ਲਬਾ ਲਬ ਭਰਪੂਰ ਹਨ। ਨਾਨਕ ਸਾਚ ਕਹਿ ਬੇਨੰਤੀ, ਮਨ ਮੰਜੈ ਸੱਚ ਸੋਈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਮੈਂ ਸੱਚੀ ਬੇਨਤੀ ਕਰਦਾ ਹਾਂ। ਜਿਹੜੇ ਸੱਚ ਨਾਲ ਜੁੜਦੇ ਨੇ, ਮਨ ਮਾਂਜਦੇ ਨੇ, ਆਪਣਾ ਸ਼ੁੱਧ ਕਰਦੇ ਨੇ, ਉਹੀ ਸੱਚੇ ਹਨ। ਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।